चल रही गुरबाणी शब्द की जो विचार है, जो गुर किरपा द्वारा आप सारे रल मिल के करते हैं, जिन्नी क सोझी गुरबाणी बख्शदी है उन्नी क विचार आप करते हाँ। जिमें पिछे साहिब का फरमान आया सी जिसकी आप विचार की, तौल धर्म दया कापूत संतोख थाप रखिया जिनी सूत। अज का जो फरमान है साहिब का, जिसकी विचार आप रल मिल के करांगे, जे को बूझै होवै सचियार तबलै उपर केता भार। जिमें गुरबाणी की शुरुआत विच भी बचन आया सी पातशाह का, किव सचियारा होई है किव कूड़ै टुटै पाल। उत्थे भी पातशाह ने बचन आख्या सी भी किव सचियारा होई है, भी सचियारे किवें हो सकते हैं कि जिहड़ी कूड़ की पाल है ये किवें टुट सकती है। कूड़ की पाल की है, जो साडे अंदर माया की भुख है, वासनावां ने इच्छावां ने, कूड़ की पाल है। ते सचियार है हिरदे दे अंदरों उस शब्द गुरु का प्रगट हो जाना, हुक्म बुझिया जाना। उत्थे भी गल पातशाह ने यही आखी भी किव सचियारा होई है किव कूड़ है टुटै पाल, हुक्म रजाई चलना। जिहड़ा रजाई है सचखंड है, उहदा जिहड़ा हुक्म है ਉਹਦੇ ਅਨੁਸਾਰ ਜਦੋਂ ਇਹ ਜੋਤ ਭਵ ਸਾਗਰ ਦੇ ਅੰਦਰ ਚੱਲਦੀ ਹੈ ਤਾਂ ਇਹ ਸਚਿਆਰ ਹੈ। ਜਿੰਨਾ ਚਿਰ ਇਹ ਹੁਕਮ ਦੇ ਅਨੁਸਾਰੀ ਹੈ ਉਨਾ ਚਿਰ ਸਚਿਆਰ ਰਹਿੰਦੀ ਹੈ, ਪਰ ਜਦੋਂ ਹੁਕਮ ਦੇ ਵਿਰੋਧ 'ਚ ਖੜ ਜਾਂਦੀ ਹੈ ਉਸੇ ਵੇਲੇ ਕੂੜਿਆਰੀ ਹੋ ਜਾਂਦੀ ਹੈ। ਕਿਉਂਕਿ ਹੁਕਮ ਦੇ ਵਿਰੋਧ 'ਚ ਖੜਨ ਦਾ ਕਾਰਨ ਹੀ ਹੈ ਕਿ ਮਾਇਆ ਵੱਲ ਦ੍ਰਿਸ਼ਟੀ ਚਲੇ ਜਾਣੀ। ਉਹੀ ਸੁਰਤ ਗੁਰਮੁਖ ਹੈ ਜਦੋਂ ਭਾਣੇ 'ਚ ਹੈ, ਉਹੀ ਸੁਰਤ ਜਦੋਂ ਭਾਣੇ ਦਾ ਵਿਰੋਧ ਕਰਦੀ ਹੈ ਉਸੇ ਵੇਲੇ ਮਨਮੁਖ ਬਣ ਜਾਂਦੀ ਹੈ। ਜਿਹੀ ਸੁਰਤ ਤਿਹਾਰਾ, ਜਿਹੋ ਜਿਹਾ ਰਸਤਾ ਅਪਣਾ ਲਵੇ ਉਸੇ ਤਰ੍ਹਾਂ ਦਾ ਹੀ ਇਹਨੂੰ ਸੱਚਖੰਡ ਦੇ ਅੰਦਰੋਂ ਨਾਮ ਮਿਲ ਜਾਂਦਾ ਹੈ। ਸੋ ਜਿਹੜਾ ਅੰਤਲੇ ਸਵਾਸ ਤੱਕ ਭਾਣੇ ਵਿੱਚ ਹੀ ਰਹੇ, ਉਹਦੀ ਰਜ਼ਾ ਵਿੱਚ ਹੀ ਰਹੇ, ਹੁਕਮ ਨੂੰ ਬੁੱਝ ਕੇ ਚੱਲੇ, ਤਾਂ ਭਾਣੇ ਦੇ ਅੰਦਰ ਅੰਦਰ ਹੀ ਆ ਸਰੀਰ ਛੱਡ ਜਾਂਦਾ, ਸੱਚਖੰਡ ਵਿੱਚ ਚਲਾ ਜਾਂਦਾ। ਤੇ ਜਿੰਨਾ ਚਿਰ ਸੁਰਤ ਭਵ ਸਾਗਰ ਵਿੱਚ ਜੁੜੀ ਰਹਿੰਦੀ ਹੈ, ਸਰੀਰ ਦਾ ਕੋਈ ਪਤਾ ਨਹੀਂ ਕਦੋਂ ਛੁੱਟਦਾ। ਸੋ ਜਦੋਂ ਭਵ ਸਾਗਰ ਵਿੱਚ ਜੁੜੀ ਹੋਈ ਸੁਰਤ ਸਰੀਰ ਛੱਡਦੀ ਹੈ ਤਾਂ ਦੁਬਾਰਾ ਫੇਰ ਭਵ ਸਾਗਰ 'ਚ ਆ ਜਾਂਦੀ ਹੈ। ਸੋ ਉਹੀ ਗੱਲ ਪਾਤਸ਼ਾਹ ਨੇ ਹੁਣ ਇੱਥੇ ਵੀ ਆਖੀ ਹੈ, ਜੇ ਕੋ ਬੂਝੈ ਹੋਵੈ ਸਚਿਆਰ। ਇਹ ਮੇਰੇ ਮਨਾ ਹੁਣ ਇਹ ਸ਼ਰਤ ਹੈ ਕਿ ਜੇ ਕੋਈ ਉਸ ਬੁਝਾਰਤ ਨੂੰ ਬੁੱਝ ਲਵੇ, ਇੱਥੋਂ ਸਿੱਧੀ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਬੁੱਝੇ ਤੋਂ ਬਿਨਾਂ ਸੁਚਿਆਰ ਨਹੀਂ ਹੋਇਆ ਜਾ ਸਕਦਾ। ਹੁਕਮ ਬੁੱਝਣਾ ਹੀ ਪੈਂਦਾ ਹੈ। ਹੁਕਮ ਬੁੱਝ ਲੈਂਦੀ ਹੈ ਜਿਹੜੀ ਜੋਤ, ਉਹ ਹੁਕਮ ਦੀ ਵਿਆਖਿਆ ਤਾਂ ਜ਼ਰੂਰ ਕਰ ਸਕਦੀ ਹੈ। ਜਿਵੇਂ ਗੁਰਬਾਣੀ ਹੁਕਮ ਦੀ ਵਿਆਖਿਆ ਹੈ, ਤਾਂ ਹੀ ਪਾਤਸ਼ਾਹ ਨੇ ਲਿਖਿਆ ਵੀ ਹੁਕਮ ਬੂਝ। ਵਿਆਖਿਆ ਦੇ ਵਿੱਚੋਂ ਹੀ ਹੁਕਮ ਲੱਭ ਹੁੰਦਾ। ਜਿਵੇਂ ਅਸੀਂ ਕਿਸੇ ਵਸਤੂ ਦਾ ਕੋਈ ਗਿਆਨ ਲੈਂਦੇ, ਉਸ ਗਿਆਨ ਦੇ ਅੰਦਰ ਹੀ ਉਹ ਵਸਤੂ ਦੇ ਜਿਹੜੇ ਗੁਣ ਨੇ ਉਹ ਸਾਨੂੰ ਪਤਾ ਲੱਗ ਜਾਂਦੇ, ਤੇ ਫਿਰ ਅਸੀਂ ਉਸ ਵਸਤੂ ਦੀ ਭਾਲ ਕਰਦੇ ਹਾਂ। ਜਦੋਂ ਸਾਨੂੰ ਉਹ ਵਸਤੂ ਦਿਖਾਈ ਦਿੰਦੀ ਹੈ ਤਾਂ ਸਾਡੇ ਜਿਹੜੇ ਗੁਣ ਨੇ, ਅਸੀਂ ਸੁਣੇ ਉਹਦੇ ਵਸਤੂ ਦੇ, ਗਿਆਨ ਲਿਆ ਹੋਇਆ, ਤਾਂ ਸਾਡਾ ਗਿਆਨ ਉਸੇ ਵੇਲੇ ਉਸ ਧਿਆਨ 'ਚ ਬਦਲ ਜਾਂਦਾ ਕਿ ਇਸ ਬਾਰੇ ਤਾਂ ਮੈਂ ਇੰਨੇ ਗੁਣ ਸੁਣੇ ਹੈ, ਇਹਦੀਆਂ ਵਿਸ਼ੇਸ਼ਤਾਵਾਂ ਸੁਣੀਆਂ ਨੇ, ਤਾਂ ਹੁਣ ਇਹਨੂੰ ਪ੍ਰਾਪਤ ਕੀਤਾ ਜਾਵੇ। ਉਹ ਵਸਤੂ ਜਦੋਂ ਸਾਡੇ ਸਾਹਮਣੇ ਆ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ, ਫਿਰ ਸਾਡਾ ਧਿਆਨ ਹੁੰਦਾ ਵੀ ਵਾਕਈ ਆਹ ਚੀਜ਼ ਹੈ। ਫਿਰ ਅਸੀਂ ਉਸ ਵਸਤੂ ਨੂੰ ਆਪਣੇ ਚੱਖਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਉਹਦੇ ਵਿੱਚੋਂ ਸਾਨੂੰ ਰਸ ਮਿਲਦਾ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਅੰਦਰ ਨਾਮ ਦੀ ਵਿਆਖਿਆ, ਨਾਮ ਨਹੀਂ ਹੈ, ਗੁਰਬਾਣੀ ਮਹਿ ਹਰ ਨਾਮ ਸਮਾਇਆ ਲਿਖਿਆ ਕਿ ਗੁਰਬਾਣੀ ਦੇ ਅੰਦਰ ਜਿਹੜੇ ਇਹ ਗਿਆਨ ਦੇ ਬੋਲ ਨੇ, ਇਹਨਾਂ ਦੇ ਅੰਦਰ ਉਸ ਨਾਮ ਦੀ ਵਿਆਖਿਆ, ਉਪਦੇਸ਼ ਦਿੱਤਾ ਗਿਆ, ਉਹਦੇ ਵਿੱਚ ਹੀ ਸਮਾਇਆ ਹੋਇਆ। ਉਹਨੂੰ ਪ੍ਰਾਪਤ ਕਰਨਾ ਉਹ ਹੁਕਮ ਹੈ। ਉਸੇ ਦੀ ਗੱਲ ਪਾਤਸ਼ਾਹ ਨੇ ਇੱਥੇ ਲਿਖੀ ਹੈ, ਜੇ ਕੋ ਬੁਝੈ ਹੋਵੈ ਸਚਿਆਰ। ਉਹ ਜਿਹੜੀ ਸੁਰਤ ਹੈ ਉਹ ਸਚਿਆਰ ਹੋ ਜਾਂਦੀ ਹੈ। ਤੇ
ਇਸ ਤੋਂ ਬਿਨਾ ਹੁਕਮ ਬੁੱਝੇ ਤੋਂ ਬਿਨਾ ਹੇ ਮੇਰੇ ਮਨਾ ਸਚਿਆਰ ਨਹੀਂ ਤੂੰ ਹੋ ਸਕਦਾ। ਜੋ ਪਹਿਲਾਂ ਵਿਚਾਰ ਆਈ ਸੀ ਪਿੱਛੇ ਆਪਾਂ ਸੁਣੀ ਹੈ ਕਿ ਜਿਨ੍ਹਾਂ ਨੇ ਸੁਣੀ ਤੁਰਕੀ ਬਾਣੀ ਉਹਨਾਂ ਨੇ ਉਪਦੇਸ਼ ਰੂਪ ਵਿੱਚ ਦਿੱਤੀ ਵੀ ਹੈ। ਜਿਨ੍ਹਾਂ ਨੂੰ ਤੁਰਕੀ ਬਾਣੀ ਸੁਣਦੀ ਹੈ ਉਹ ਉਪਦੇਸ਼ ਦਿੰਦੇ, ਉਹ ਵਿਆਖਿਆ ਕਰਦੇ, ਕਿਉਂਕਿ ਜਦੋਂ ਤੁਰਕੀ ਬਾਣੀ ਹਿਰਦੇ ਚੋਂ ਪ੍ਰਗਟ ਹੁੰਦੀ ਆ ਉਹ ਨਿਰਾ ਹੀ ਸੱਚ ਹੈ, ਉਹ ਮੱਖਣ ਹੈ। ਉਸ ਨਿਰੇ ਸੱਚ ਨੂੰ ਇਸ ਸੰਸਾਰ ਦੇ ਅੰਦਰ ਵਿਖਿਆਨ ਕਿਵੇਂ ਕੀਤਾ ਜਾਵੇ? ਫਿਰ ਇਸ ਸੰਸਾਰ ਦੇ ਅੰਦਰ ਜੋ ਟੈਂਪਰੇਰੀ ਸੱਚ ਹੈ, ਜੋ ਮਾਇਆ 'ਚ ਸੱਚ ਹੈ, ਉਹਦੇ ਪ੍ਰਮਾਣ ਦਿੱਤੇ ਜਾਂਦੇ ਆ। ਮਾਇਆ ਦੇ ਪ੍ਰਮਾਣਾਂ ਰਾਹੀਂ ਮਾਇਆ ਦੇ ਵਿੱਚ ਜੋ ਸੱਚਾਈ ਹੈ ਉਹਦੇ ਰਾਹੀਂ ਉਸ ਸੱਚ ਦੇ ਨੇੜੇ ਤੇੜੇ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਿ ਸਾਡੀ ਸੁਰਤ ਦੇ ਵਿੱਚ ਉਹ ਸੱਚ ਦੀ ਪਕੜ ਆ ਸਕੇ, ਸਾਨੂੰ ਪਤਾ ਲੱਗ ਸਕੇ ਕਿ ਸੱਚ ਕੀ ਹੈ। ਪਰ ਅਸੀਂ ਕੀ ਕਰਦੇ ਹਾਂ ਜਦੋਂ ਅਸੀਂ ਧਰਮ ਦੇ ਖੇਤਰ ਵਿੱਚ ਆਉਂਦੇ ਹਾਂ? ਅਸੀਂ ਜੋ ਮਾਇਆ ਦੇ ਸਾਨੂੰ ਪ੍ਰਮਾਣ ਦਿੱਤੇ ਗਏ ਨੇ ਉਹਨਾਂ ਪ੍ਰਮਾਣਾਂ ਨਾਲ ਹੀ ਜੁੜ ਜਾਂਦੇ। ਅਸੀਂ ਪ੍ਰਮਾਣਾਂ ਨਾਲ ਜੁੜ ਕੇ ਜਿਹੜਾ ਅਸਲੀਅਤ ਹੈ, ਬ੍ਰਹਮ ਹੈ, ਚੇਤਨ ਸਰੂਪ ਹੈ, ਉਹ ਭੁੱਲ ਜਾਂਦੇ ਆ। ਉਹਨੂੰ ਭੁੱਲਣਾ ਹੀ ਅਸੀਂ ਕੂੜੇਆਰੇ ਬਣ ਜਾਂਦੇ ਆ। ਜਦੋਂ ਸਾਨੂੰ ਚੇਤੇ ਆ ਜਾਂਦਾ ਉਸੇ ਵੇਲੇ ਅਸੀਂ ਸਚਿਆਰੇ ਵੀ ਹੋ ਜਾਂਦੇ ਆ। ਸਾਡੇ ਹੀ ਮਨ ਦੀ ਵਿਰਥ ਹੈ ਕਿ ਜਦੋਂ ਮਨ ਸੱਚ ਨਾਲ ਜੁੜਦਾ ਤਾਂ ਸੱਚਿਆਰ ਹੈ, ਜਦੋਂ ਕੂੜ ਨਾਲ ਜੁੜਦਾ ਤਾਂ ਕੂੜਿਆਰ ਹੈ। ਜੇ ਲਗਾਤਾਰ ਹੀ ਸੱਚ ਨਾਲ ਜੁੜਿਆ ਰਹੇ ਤਾਂ ਸੱਚਿਆਰ ਹੈ, ਜੇ ਲਗਾਤਾਰ ਹੀ ਝੂਠ ਨਾਲ ਜੁੜਿਆ ਤਾਂ ਕੂੜਿਆਰ ਹੈ। ਗੱਲ ਸਾਡੇ ਮਨ ਤੇ ਖੜੀ ਹੈ, ਸਾਡੀ ਆਤਮਾ ਤੇ ਖੜੀ ਹੈ, ਸਾਡੇ ਧਿਆਨ ਤੇ ਖੜੀ ਹੈ। ਮਨ, ਆਤਮਾ, ਧਿਆਨ ਇੱਕੋ ਹੀ ਗੱਲ ਹੈ। ਬੁੱਧੀ ਗਿਆਨ ਕਰਵਾਉਂਦੀ ਹੈ। ਸੋ ਉਸ ਬੁਝਾਰਤ ਨੂੰ ਅਸੀਂ ਬੁੱਝਣ ਵਾਸਤੇ ਇਸ ਭਵ ਸਾਗਰ ਵਿੱਚ ਆਏ ਹਾਂ। ਇੱਥੋਂ ਅਸੀਂ ਬੁਝਾਰਤ ਬੁੱਝ ਕੇ ਆਪਣੇ ਨਿੱਜ ਘਰ ਵਿੱਚ ਵਾਪਸ ਜਾ ਸਕਦੇ। ਸੋ ਗੁਰਬਾਣੀ ਸਾਨੂੰ ਉਹਨਾਂ ਪੁਰਖਾਂ ਨੇ ਵਿਆਖਿਆ ਰੂਪ ਦੇ ਵਿੱਚ ਦਿੱਤੀ ਹੈ, ਇਹਦੇ ਵਿੱਚੋਂ ਅਸੀਂ ਨਾਮ ਬੁੱਝਣਾ। ਸੋ ਉਸ ਉਪਦੇਸ਼ ਨੂੰ ਜੋ ਵਿਚਾਰ ਰੂਪ ਵਿੱਚ ਸਾਨੂੰ ਦਿੱਤਾ ਗਿਆ ਉਹ ਸਾਨੂੰ ਮੰਨਣੀ ਪੈਂਦੀ ਹੈ। ਜਿਵੇਂ ਜਿਵੇਂ ਹੇ ਮੇਰੇ ਮਨਾ ਤੂੰ ਗੁਰਬਾਣੀ ਤੋਂ ਸੋਝੀ ਲੈ ਕੇ ਮੰਨਦਾ ਚੱਲੀ ਚੱਲੇਗਾ ਤਾਂ ਫਿਰ ਇੱਕ ਦਿਨ ਤੈਨੂੰ ਉਹ ਬਾਣੀ ਵੀ ਸੁਣੂਗੀ। ਉਹ ਬਾਣੀ ਜਿਹੜੀ ਸੁਣਦੀ ਹੈ ਉਹ ਬਿਨਾਂ ਕੰਨਾਂ ਤੋਂ ਸੁਣਦੀ ਹੈ, ਉਹ ਇਹਨਾਂ ਕੰਨਾਂ ਨਾਲ ਨਹੀਂ ਸੁਣ ਸਕਦੀ, ਕਿਉਂਕਿ ਇਹਨਾਂ ਕੰਨਾਂ ਨਾਲ ਸਿਰਫ ਉਹੀ ਗੱਲ ਸੁਣੂਗੀ ਜਿਹੜੀ ਮਾਇਆ ਦੇ ਅੰਦਰ ਅੰਦਰ ਹੈ। ਉਹ ਤਾਂ ਮਾਇਆ ਤੋਂ ਬਾਹਰ ਹੈ। ਉਸ ਨੂੰ ਸੁਣਨ ਵਾਸਤੇ ਵੀ ਹੇ ਮੇਰੇ ਮਨਾ ਤੈਨੂੰ ਮਾਇਆ ਤੋਂ ਬਾਹਰ ਜਾਣਾ ਪਊਗਾ। ਉਹ ਸਰਵਣਾ ਦੁਆਰਾ ਸੁਣੀ ਜਾਂਦੀ ਹੈ, ਇਹ ਕੰਨਾਂ ਦੁਆਰਾ ਸੁਣੀ ਜਾਂਦੀ ਹੈ। ਇਹਨਾਂ ਕੰਨਾਂ ਦੁਆਰਾ ਵੀ ਅਸੀਂ ਲਿਮਟਿਡ ਸਾਊਂਡ ਸੁਣ ਸਕਦੇ ਹਾਂ। ਜਿਹੜੀ ਸਾਊਂਡ ਸਾਡੇ ਕੰਨਾਂ ਦੀ ਬਰਦਾਸ਼ਤ ਸ਼ਕਤੀ ਤੋਂ ਵੀ ਜ਼ਿਆਦਾ ਅਸੀਂ ਉਹ ਵੀ ਨਹੀਂ ਸੁਣ ਸਕਦੇ। ਇਸੇ ਕਰਕੇ ਜਿਹੜਾ ਸ਼ਬਦ ਗੁਰੂ ਹੈ ਉਹਦੀ ਜਿਹੜੀ ਸਾਊਂਡ ਹੈ ਉਹ ਤਾਂ ਅਨਲਿਮਟਿਡ ਹੈ, ਅਸੀਮਤ ਹੈ। ਉਹਨੂੰ ਇਹ ਕੰਨ ਕਿੱਥੋਂ ਬਰਦਾਸ਼ਤ ਕਰ ਲੈਣਗੇ? ਇਹਨਾਂ ਅੱਖਾਂ ਨਾਲ ਵੀ ਨਹੀਂ ਦਿਸਦਾ ਉਹ, ਇਹਨਾਂ ਅੱਖਾਂ ਨਾਲ ਵੀ ਮਾਇਆ ਦੀਂਦੀ ਹੈ। ਮਾਇਆ ਦੇ ਅੰਦਰ ਹੈ ਉਹ ਚੇਤਨ ਸਰੂਪ, ਜਿਹੜੀ ਸਾਡੀ ਜੋਤ ਹੈ। ਚੇਤਨ ਸਰੂਪ ਨੂੰ ਦੇਖਣਾ। ਸੇ ਅੱਖੜੀਆਂ ਬੀਅਨ ਜਿਨ੍ਹਾਂ ਦਸੰਦੋ ਮਾ ਪੀਰੀ। ਉਹ ਤਾਂ ਅੱਖਾਂ ਹੀ ਹੋਰ ਨੇ, ਉਹ ਅਸਲ ਵਿੱਚ ਸਾਡੀ ਆਤਮਾ ਹੀ ਹੈ। ਅੱਖ ਹੈ ਜਿਹੜੀ ਵਿਵੇਕ ਬੁੱਧ ਹੈ। ਆਤਮਾ ਨੇ ਹੀ ਪ੍ਰਾਤਮਾ ਦਾ ਦਰਸ਼ਨ ਕਰਨਾ, ਉਹਦੀ ਸੋਝੀ ਉਹਨੂੰ ਆਉਣੀ ਹੈ। ਇਹ ਵੀ ਮਨ ਸਮਝਾਵਣ ਕਾਰਨ ਕੁਛ ਕੁਪੜੀਆ ਗਿਆਨ ਹੈ। ਅਸਲ ਵਿੱਚ ਆਤਮਾ ਹੀ ਜਦੋਂ ਆਪਣੇ ਆਪ ਦਾ ਸੁਗਿਆਨ ਲੈਂਦੀ ਹੈ ਤਾਂ ਆਤਮਾ ਹੀ ਪ੍ਰਾਤਮਾ ਹੈ। ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹਦਾ, ਉਹ ਪੜ੍ਹਦਾ ਜਿਸ ਵੇਲੇ ਉਸ ਵੇਲੇ ਉਹ ਸਿੱਖਿਆਰਥੀ ਹੈ, ਉਹ ਸਿੱਖਿਆ ਲੈ ਰਿਹਾ। ਜਦੋਂ ਸਿੱਖਿਆ ਕੰਪਲੀਟ ਕਰ ਲੈਂਦਾ ਉਹੀ ਵਿਦਿਆਰਥੀ ਟੀਚਰ ਬਣ ਜਾਂਦਾ। ਇੱਧਰ ਨੂੰ ਤਾਂ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਜ਼ਰੂਰ ਕਿ ਜੀ ਹਾਂ ਬਿਲਕੁਲ ਇਹ ਗੱਲ ਸਹੀ ਹੈ ਕਿ ਬੱਚਾ ਪੜ੍ਹਦਾ, ਉਹ ਡਾਕਟਰੀ ਦੀ ਪੜ੍ਹਾਈ ਕਰਦਾ। ਜਦੋਂ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਉਹੀ ਬੱਚਾ ਡਾਕਟਰ ਬਣ ਜਾਂਦਾ। ਇਹ ਤਾਂ ਅਸੀਂ ਮੰਨਦੇ ਹਾਂ। ਪਰ ਜਦੋਂ ਅਸੀਂ ਧਰਮ ਦੇ ਖੇਤਰ 'ਚ ਆਉਂਦੇ ਹਾਂ
ਕਿ ਜਿਹੜਾ ਗੁਰਬਾਣੀ ਦੀ ਸੋਝੀ ਪ੍ਰਾਪਤ ਕਰਕੇ ਨਾਮ ਪ੍ਰਾਪਤ ਕਰ ਲੈਂਦਾ ਉਹ ਨਾਨਕ ਬਣ ਜਾਂਦਾ, ਉਦੋਂ ਅਸੀਂ ਰੌਲਾ ਪਾ ਲੈਂਦੇ ਹਾਂ ਇਹ ਕੀ ਹੋ ਗਿਆ ਜੀ, ਨਾਨਕ ਕਿਵੇਂ ਕੋਈ ਬਣ ਜਾਊਗਾ, 10ਵੇਂ ਪਾਤਸ਼ਾਹ ਕਿਵੇਂ ਕੋਈ ਬਣ ਜਾਊਗਾ, ਉਹਨਾਂ ਵਰਗਾ ਕਿੱਥੋਂ ਬਣ ਜਾਊਗਾ। ਸਾਡੇ ਜਦੇ ਝਗੜੇ ਤੇ ਆ ਜਾਂਦੇ ਆ। ਤੇ ਜਦੋਂ ਉਹਨਾਂ ਨੂੰ ਬੈਠ ਕੇ ਵਿਚਾਰ ਕੀਤੀ ਜਾਵੇ ਵੀ ਭਾਈ ਤੁਸੀਂ ਇੱਧਰ ਤਾਂ ਮੰਨਦੇ ਹੋ, ਇੱਧਰ ਵੀ ਤਾਂ ਗਿਆਨ ਹੀ ਹੈ, ਇੱਧਰ ਵੀ ਗਿਆਨ ਹੀ ਹੈ, ਇੱਧਰ ਨਹੀਂ ਜੀ ਨਹੀਂ, ਤੁਸੀਂ ਨਹੀਂ ਉਹਨਾਂ ਵਰਗੇ ਬਣ ਸਕਦੇ, ਮਹਾਂਪੁਰਖ ਹੀ ਹੁੰਦੇ ਆ। ਫਿਰ ਤੁਸੀਂ ਬਣਨਾ ਕੀ ਹੈ ਤਾਂ ਦੱਸੋ, ਫਿਰ ਤੁਸੀਂ ਕੀ ਬਣਨ ਆਏ ਹੋਏ ਹੋ? ਜਦ ਕਿ ਸਾਡੇ ਕੋਲ ਪ੍ਰੂਫ ਨੇ, ਗੁਰਬਾਣੀ ਨੇ ਸਾਰਾ ਕੁਝ ਸਪਸ਼ਟ ਦੱਸਿਆ ਕਿ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇੱਥੇ ਤੇ ਗੱਲ ਲਿਖੀ ਹੋਈ ਹੈ ਕਿ ਜਿਹੜਾ ਹਰ ਹੈ ਉਹਦਾ ਜਿਹੜਾ ਸੇਵਕ ਹੁੰਦਾ, ਜਿੰਨਾ ਚਿਰ ਉਹ ਸੇਵਕ ਕਮਾਉਂਦਾ ਤੇ ਕਮਾਉਂਦਾ ਹੀ ਉਸੇ ਵੇਲੇ ਹਰ ਵੀ ਬਣ ਜਾਂਦਾ, ਉਹ ਆਪਣੀ ਅੰਤਰਾਤਮਾ ਨੂੰ ਜਾਣ ਲੈਂਦਾ। ਗੁਰੂ ਨਾਨਕ ਸਾਹਿਬ ਨੇ ਦੂਸਰੇ ਪਾਤਸ਼ਾਹ ਨੂੰ ਨਾਨਕ ਬਣਾਇਆ ਨਹੀਂ। ਨਾਨਕ ਜੋਤ ਦਾ ਨਾਂ ਹੈ, ਨਾਨਕ ਸਰੀਰ ਦਾ ਨਾਂ ਤਾਂ ਅਸੀਂ ਰੱਖਿਆ ਹੋਇਆ। ਕਬੀਰਾ ਤੂੰ, ਕਬੀਰ ਤੂੰ ਹੀ, ਤੇਰਾ ਨਾਂ ਕਬੀਰ। ਇਹ ਤਾਂ ਪਹਿਲਾਂ ਹੀ ਗੱਲ ਪਾਤਸ਼ਾਹ ਨੇ ਕਹਿਤੀ ਸੀ ਕਿ ਲੋਕ ਮੈਨੂੰ ਕਬੀਰ ਕਹੀ ਜਾਂਦੇ ਆ। ਠੀਕ ਆ, ਉਹਨਾਂ ਨੇ ਮੇਰੇ ਸਰੀਰ ਦਾ ਨਾਂ ਰੱਖਿਆ ਹੋਇਆ, ਪਰ ਮੈਂ ਸਰੀਰ ਤਾਂ ਹੈ ਨਹੀਂਗਾ, ਮੈਂ ਤਾਂ ਜੋਤ ਸਰੂਪ ਹੈ। ਕਬੀਰਾ ਮਨ ਜਿਹੜਾ ਇਹ ਸਰੀਰ ਨਾਲ ਜੁੜਿਆ ਹੋਇਆ, ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਆ ਉਨਾ ਚਿਰ ਇਹ ਕਬੀਰ ਹੈ। ਜਦੋਂ ਬਾਹਰਲੇ ਸਰੀਰ ਨੂੰ ਜੋਤ ਛੱਡਦੀ ਹੈ, ਸਰੀਰ ਵਿੱਚ ਰਹਿੰਦੇ ਉਹਨੂੰ ਸੋਝੀ ਆ ਜਾਂਦੀ ਹੈ, ਉਸ ਵੇਲੇ ਉਹ ਕਬੀਰ ਬਣ ਜਾਂਦਾ। ਕਬੀਰ ਦਾ ਅਰਥ ਹੁੰਦਾ ਸਭ ਤੋਂ ਸ੍ਰੇਸ਼ਟ, ਨਾਨਕ ਜੀ ਦਾ ਅਰਥ ਵੀ ਸਭ ਤੋਂ ਸ੍ਰੇਸ਼ਟ ਹੀ ਹੈ। ਪਰ ਅਸੀਂ ਧਰਮ ਦੇ ਖੇਤਰ 'ਚ ਇਹਨਾਂ ਗੱਲਾਂ ਤੇ ਭਰੋਸਾ ਨਹੀਂ ਕਰਾਂਗੇ, ਕਿਉਂਕਿ ਅਸੀਂ ਆਪ ਨਹੀਂ ਕੁਝ ਕਰਨਾ ਚਾਹੁੰਦੇ, ਅਸੀਂ ਕਿਸੇ ਤੇ ਭਰੋਸਾ ਕਰਕੇ ਜਿਉਣਾ ਚਾਹੁੰਦੇ, ਜਦ ਕਿ ਸਾਨੂੰ ਗੁਰਬਾਣੀ ਕਿਸੇ ਤੇ ਭਰੋਸਾ ਕਰਨ ਤੋਂ ਰੋਕਦੀ ਹੈ। ਗੁਰਬਾਣੀ ਸਾਨੂੰ ਆਖਦੇ ਵੀ ਤੂੰ ਆਪਣੇ ਆਪ ਤੇ ਭਰੋਸਾ ਕਰ। ਜਦ ਤੂੰ ਆਪਣੇ ਆਪ ਤੇ ਭਰੋਸਾ ਨਹੀਂ, ਤੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ, ਤੂੰ ਆਪਣੀ ਗੱਲ ਤੇ ਸਟੈਂਡ ਨਹੀਂ ਲੈ ਸਕਦਾ, ਤੇ ਫਿਰ ਤੂੰ ਜਿਹੜੀ ਸੱਚਖੰਡ ਦਾ ਫਰਮਾਨ ਹੈ ਉਹ ਤੇ ਕਿਵੇਂ ਸਟੈਂਡ ਲਏਗਾ? ਉਹਨਾਂ ਚਿਰ ਹੀ ਰਹਿ ਸਕਦਾ। ਫਿਰ ਤੂੰ ਸੱਚ ਨਿਰਾਕਾਰੀ ਨਹੀਂ ਬੋਲ ਸਕਦਾ। ਸੰਸਾਰੀ ਸੱਚ ਬੋਲਣਾ ਤਾਂ ਚਲੋ ਸੌਖਾ ਹੈ, ਕਿਸੇ ਹੱਦ ਤੱਕ ਬੋਲਿਆ ਵੀ ਜਾਂਦਾ, ਪਰ ਨਿਰਾਕਾਰੀ ਸੱਚ ਬੋਲਣਾ ਬਹੁਤ ਔਖਾ। ਆਖਣ ਔਖਾ, ਸੱਚਾ ਨਾ ਹੋ ਬਹੁਤ ਔਖਾ ਹੈ। ਔਰ ਜਿਨ੍ਹਾਂ ਨੇ ਉਹ ਨਿਰਾਕਾਰੀ ਸੱਚ ਬੋਲਿਆ, ਉਹਨਾਂ ਨੂੰ ਸੰਸਾਰ 'ਚ ਕਿਸੇ ਨੇ ਪੂਜਿਆ ਨਹੀਂ ਹੈ। ਜੇ ਅੱਜ ਵੀ ਕਿਸੇ ਦੀ ਪੂਜਾ ਕਰਦੇ ਹਾਂ, ਅਸੀਂ ਨਾਨਕ ਜੀ ਦੀ ਕਰਦੇ ਹਾਂ ਜਾਂ ਕਿਸੇ ਹੋਰ ਦੀ ਕਰਦੇ ਹਾਂ, ਉਹ ਵੀ ਉਹਨਾਂ ਦੇ ਹਿਊਮਨ ਬਾਡੀ ਕਰਕੇ ਮੰਨ ਕੇ ਕਰਦੇ ਉਹਨਾਂ ਨੂੰ, ਜੋਤ ਦੇ ਆਧਾਰ ਤੇ ਨਹੀਂ ਕਰਦੇ। ਕਿਉਂਕਿ ਜੋਤ ਦੇ ਆਧਾਰ ਤੇ ਅਸੀਂ ਕਿਸੇ ਦੀ ਪੂਜਾ ਨਹੀਂ ਕਰ ਸਕਦੇ, ਕਿਸੇ ਦੀ ਉਸਤਤ ਨਹੀਂ ਕਰ ਸਕਦੇ, ਕਿਸੇ ਦੀ ਨਿੰਦਿਆ ਨਹੀਂ ਕਰ ਸਕਦੇ। ਗੁਰਬਾਣੀ 'ਚ ਫਰਮਾਨ ਪਿਆ, ਉਸਤਤ ਨਿੰਦਿਆ ਦੋ ਵਿਵਰਜਤ ਤਜੈ ਮਾਨ ਅਭਿਮਾਨਾ। ਦੋਨੇ ਵਿਵਰਜਤ ਨੇ। ਕਿਤੇ ਵੀ ਗੁਰਬਾਣੀ ਨੇ ਨਹੀਂ ਆਗਿਆ ਦਿੱਤੀ, ਬਸ ਸੱਚਖੰਡ ਵੱਲੋਂ ਕੋਈ ਫਰਮਾਨ ਨਹੀਂ ਹੈ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ, ਲਿਖਿਆ ਪਾਤਸ਼ਾਹ। ਕਹਿੰਦੇ ਤੇਰੀ ਉਸਤਤ ਤੁਮ ਤੇ ਹੋ, ਤੂੰ ਹੀ ਆਪਣੇ ਆਪ ਨੂੰ ਜਾਣ ਸਕਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂੜ ਪਛਾਣ। ਆਪਣੇ ਆਪ ਨੂੰ ਤੂੰ ਹੀ ਪਛਾਣਨਾ, ਦੂਜਾ ਸਾਨੂੰ ਕਿਵੇਂ ਪਛਾਣੂਗਾ? ਦੂਜੇ ਨੂੰ ਤਾਂ ਸਾਨੂੰ ਉਦੋਂ ਪਤਾ ਲੱਗ ਸਕਦਾ, ਉਹ ਵੀ ਥੋੜ੍ਹਾ ਬਹੁਤਾ, ਜਦੋਂ ਅਸੀਂ ਉਹਦੇ ਨਾਲ ਬੈਠ ਕੇ ਵਿਚਾਰ ਕਰਾਂਗੇ ਕਿ ਇਹਦੀ ਵਿਚਾਰ ਕਿੱਥੇ ਤੱਕ ਖੜਦੀ ਆ, ਕਿ ਇਕੱਲੇ ਸ਼ਬਦ ਹੀ ਨੇ ਇਹਦੇ ਕੋਲ, ਬਾਕੀ ਪ੍ਰੈਕਟੀਕਲ ਲਾਈਫ ਵੀ ਹੈ। ਕਈ ਵਾਰੀ ਸਾਡੇ ਕੋਲ ਵਿਚਾਰ ਬਹੁਤ ਤਕੜੇ ਹੁੰਦੇ ਆ, ਸ਼ਬਦ ਅਸੀਂ ਬਹੁਤ ਸੋਹਣੇ ਬੋਲ ਦਿੰਦੇ ਹਾਂ, ਪਰ ਸਾਡਾ ਜਿਹੜਾ ਪ੍ਰਾਤਮਾ ਦਾ ਜੀਵਨ ਹੈ ਉਹ ਬਹੁਤ ਕਮੀ ਵਾਲਾ ਹੁੰਦਾ ਹੈ। ਜਿੰਨਾ ਚਿਰ ਪ੍ਰਾਤਮਾ ਦਾ ਜੀਵਨ ਸ੍ਰੇਸ਼ਟ ਨਹੀਂ ਆਉਂਦਾ, ਉਨਾ ਚਿਰ ਸਾਡੇ ਬਾਹਰੋਂ ਗਏ ਬੋਲਾਂ ਦਾ ਸੰਸਾਰ 'ਚ ਜ਼ਰੂਰ ਪ੍ਰਭਾਵ ਪੈ ਜਾਂਦਾ। ਸੰਸਾਰ ਦੇ ਲੋਕ ਪ੍ਰਭਾਵਿਤ ਹੋ ਜਾਂਦੇ ਆ ਸਾਡੀ ਬੋਲੀ ਤੋਂ, ਸਾਡੇ ਬਚਨਾਂ ਤੋਂ, ਸਾਡੀਆਂ ਗੱਲਾਂ ਤੋਂ, ਪਰ ਸੱਚਖੰਡ ਪ੍ਰਭਾਵਿਤ ਨਹੀਂ ਹੁੰਦਾ ਹੈ। ਹੇ ਮੇਰੇ ਮਨਾ, ਇਸ ਗੱਲ ਨੂੰ ਬਾਚ ਕੇ ਚੱਲੀ। ਗੁਰਬਾਣੀ ਨੂੰ ਫਰਮਾਨ ਪਿਆ, ਅਤ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਕਹਿੰਦੇ ਮੁੱਖੋਂ ਤੂੰ ਗਿਆਨੀ ਹੋਵੇ ਤੇ ਧਨਵੰਤ ਵੀ ਹੋਵੇਂ। ਬੜੇ ਇਹੋ ਜਿਹੇ ਬੋਲ ਬੋਲੇ ਕਿ ਲੋਕ ਕਹਿਣ ਵੀ ਵਾਹ ਵੀ ਵਾਹ, ਕਮਾਲ ਹੀ ਕਰਤੀ ਇਹਨੇ। ਪਰ ਸੱਚੇ ਦੀ ਦਰਗਾਹ 'ਚੋਂ ਜਦੇ ਫਰਮਾਨ ਆਇਆ, ਮਿਰਤਕ ਕਹੀ ਹੈ ਨਾਨਕਾ। ਨਾਨਕਾ ਸ਼ਬਦ ਲਿਖਿਆ ਉੱਥੇ ਕਿ ਉਨਾ ਚਿਰ ਇਹ ਮਿਰਤਕ ਨਾਲ ਜੁੜਿਆ ਹੋਇਆ। ਨਾਨਕਾ ਹੁੰਦਾ ਸਰੀਰ ਨਾਲ ਜੁੜੀ ਹੋਈ ਜੋਤ, ਉਨਾ ਚਿਰ ਇਹ ਮਿਰਤਕ ਹੈ। ਸਰੀਰ ਤਾਂ ਮਿਰਤਕ ਹੈ,
ਜਹ ਪ੍ਰੀਤ ਨਹੀਂ ਭਗਵੰਤ, ਕਹਿੰਦੇ ਜਿੰਨਾ ਚਿਰ ਹਿਰਦੇ ਦੇ ਅੰਦਰ ਪ੍ਰੀਤ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ ਉਸ ਭਗਵੰਤ ਦੇ ਉੱਪਰ, ਆਪਣੇ ਮੂਲ ਦੇ ਉੱਪਰ, ਅੰਦਰੋਂ ਪ੍ਰਾਤਮਾ ਹੀ ਨਹੀਂ ਉਸ ਗੱਲ ਨੂੰ ਮੰਨ ਰਹੀ, ਉਨਾ ਚਿਰ ਨਹੀਂ ਹੈ। ਆਤਮਾ ਤਾਂ ਹਰੇਕ ਚੀਜ਼ ਨੂੰ ਹੀ ਮੰਨੀ ਜਾਂਦੀ ਹੈ। ਆਤਮਾ ਤਾਂ ਗੁਰਬਾਣੀ ਨੂੰ ਵੀ ਸੱਚ ਮੰਨੀ ਜਾਂਦੀ ਹੈ, ਸੰਸਾਰ ਨੂੰ ਵੀ ਸੱਚ ਮੰਨੀ ਜਾਂਦੀ ਹੈ। ਆਤਮਾ ਤਾਂ ਇਹ ਵੀ ਕਹਿੰਦੀ ਹੈ ਵੀ ਜੋ ਗੁਰਬਾਣੀ 'ਚ ਲਿਖਿਆ ਜੀ ਸੱਚ ਹੈ, ਪਰ ਜਦੋਂ ਬੋਲਣ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਔਖਾ ਹੈ ਜੀ। ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਕਰੀ ਵੀ ਜਾਂਦੇ ਆ। ਝੂਠ ਨਹੀਂ ਬੋਲਣਾ ਚਾਹੀਦਾ, ਬੋਲੀ ਵੀ ਜਾਂਦੇ ਆ। ਫਿਰ ਇਹ ਕਿੱਧਰ ਨੂੰ ਜਾਂਦੀ ਹੈ ਗੱਲ? ਹੇ ਮੇਰੇ ਮਨਾ, ਇਸੇ ਕਰਕੇ ਪਾਤਸ਼ਾਹ ਤੈਨੂੰ ਕਹਿੰਦੇ ਆ ਵੀ ਜੇ ਕੋ ਬੁਝੈ, ਜੇ ਕਿ ਕੋਈ ਵੀ ਬੁੱਝਣਾ ਚਾਹੁੰਦਾ, ਪਾਤਸ਼ਾਹ ਕਹਿੰਦੇ ਬੁੱਝ ਸਕਦੇ ਹੋ, ਖੁੱਲੀ ਛੁੱਟੀ ਹੈ ਹਰ ਇੱਕ ਨੂੰ। ਸੋ ਇਹ ਬੁਝਾਰਤ ਹੈ, ਹੁਕਮ ਬੁੱਝਣਾ, ਜਿਸ ਨੇ ਬੁੱਝ ਲਿਆ ਉਹੀ ਜੋਤ ਸਚਿਆਰ ਹੋ ਜਾਂਦੀ ਹੈ। ਹੁਕਮ ਬੁੱਝੇ ਤੋਂ ਬਿਨਾ ਇਹ ਮੇਰੇ ਮਨਾ ਸਚਿਆਰਾ ਹੋਣਾ ਬਹੁਤ ਔਖਾ ਹੈ। ਧਬਲ ਹੈ ਉੱਪਰ ਕੀਤਾ ਭਾਰ। ਹੁਣ ਉਸ ਵੇਲੇ ਇਹ ਬੜੀ ਮਾਨਤਾ ਪ੍ਰਚਲਿਤ ਸੀ, ਸਿਮਰਤੀਆਂ ਦੇ ਵਿੱਚ ਵੀ ਹੈ, ਸ਼ਾਸਤਰਾਂ ਦੇ ਵਿੱਚ ਵੀ ਹੈ, ਕਿ ਧਰਤੀ ਦੇ ਥੱਲੇ ਬੈਲ ਹੈ, ਬਲਦ ਹੈ। ਕਿਸੇ ਬਲਦ ਨੇ ਇਸ ਧਰਤੀ ਨੂੰ ਆਪਣੇ ਸਿੰਗਾਂ ਦੇ ਉੱਪਰ ਚੁੱਕਿਆ ਹੋਇਆ ਤੇ ਉਹਦੇ ਉੱਪਰ ਧਰਤੀ ਟਿਕੀ ਹੋਈ ਹੈ। ਤੇ ਪਾਤਸ਼ਾਹ ਕਹਿੰਦੇ ਵੀ ਚਲੋ ਇਸ ਗੱਲ ਤੇ ਅਸੀਂ ਬਹਿਸ ਤਾਂ ਨਹੀਂ ਕਰਦੇ, ਪਰ ਤੁਹਾਡੀ ਗੱਲ ਨਾਲ ਕਿਸੇ ਹੱਦ ਤੱਕ ਸਹਿਮਤੀ ਪ੍ਰਗਟਾ ਦਿੰਦੇ ਹਾਂ। ਪਰ ਇਹ ਤਾਂ ਦੱਸੋ ਨਾ, ਫਿਰ ਇਹ ਵੀ ਤੁਸੀਂ ਤੁਹਾਡੀਆਂ ਸਿਮਰਤੀਆਂ 'ਚ ਲਿਖਿਆ ਹੋਇਆ ਵੀ ਧਰਤੀਆਂ ਵੀ ਬਹੁਤ ਨੇ, ਫਿਰ ਬੈਲ ਵੀ ਬਹੁਤ ਨੇ, ਫਿਰ ਕਿੱਥੇ ਜਾ ਕੇ ਸਮਾਪਤੀ ਹੁੰਦੀ ਹੈ? ਕਿਤੇ ਤਾਂ ਜਾ ਕੇ ਸਮਾਪਤੀ ਹੋਊਗੀ ਉਹਨਾਂ। ਜਦੋਂ ਧਰਤੀਆਂ ਵੀ ਬਹੁਤ ਨੇ ਤਾਂ ਬਲਦ ਵੀ ਬਹੁਤ ਹੋਣਗੇ, ਤੇ ਬਲਦ ਨੂੰ ਫਿਰ ਖਾਣਾ ਵੀ ਚਾਹੀਦਾ, ਕਿਉਂਕਿ ਉਹਦੇ ਕੋਈ ਸਰੀਰ ਮੰਨਦੇ ਹੋ ਤੁਸੀਂ। ਸਰੀਰ ਨੂੰ ਤਾਂ ਹਰ ਇੱਕ ਚੀਜ਼ ਦੀ ਲੋੜ ਹੈ, ਚਾਹੇ ਉਹ ਕੀੜੀ ਦਾ ਸਰੀਰ ਹੈ, ਚਾਹੇ ਹਾਥੀ ਦਾ, ਚਾਹੇ ਮਨੁੱਖ ਦਾ। ਹਰ ਇੱਕ ਸਰੀਰ ਕਿਸੇ ਨਾ ਕਿਸੇ ਲੋੜ ਤੇ ਖੜਾ ਹੈ। ਜਿਵੇਂ ਸਾਡੇ ਸੰਸਾਰੀ ਤੌਰ ਤੇ, ਮੈਂ ਇੱਕ ਦਿਨ ਸੁਣਦਾ ਸੀ, ਕੁੰਭ ਦੇ ਮੇਲੇ ਦੇ ਵਿੱਚ ਇੱਕ ਵਿਅਕਤੀ ਸੀਗਾ, ਉਹ ਤਾਂ ਆਪਣੇ ਆਪ ਨੂੰ ਸੰਤ ਕਹਾਉਂਦੇ ਆ। ਉਹ ਕਹਿੰਦਾ ਜੀ 12 ਸਾਲ ਹੋ ਗਏ ਮੈਨੂੰ, ਮੈਂ ਖਾਣਾ ਨਹੀਂ ਖਾਧਾ। ਮੇਰਾ ਸੰਕਲਪ ਹੈ ਕਿ ਜਿੱਦਣ ਮੈਨੂੰ ਸ਼ਿਵ ਜੀ ਭਗਵਾਨ ਦੇ ਦਰਸ਼ਨ ਹੋਣਗੇ ਮੈਂ ਉਦਣ ਖਾਣਾ ਖਾਊਂਗਾ। ਹੁਣ 12 ਸਾਲ ਹੋ ਗਏ, ਅਗਰ 12 ਸਾਲ ਹੋ ਜਾਣ ਪੂਰੇ, ਉਸ ਤੋਂ ਬਾਅਦ ਸ਼ਿਵ ਜੀ ਦਾ ਦਰਸ਼ਨ ਨਾ ਹੋਵੇ, ਜਿਹੜਾ ਨੂੰ ਉਹ ਸ਼ਿਵ ਜੀ ਮੰਨਦਾ, ਤੇ ਫਿਰ ਕੀ ਕਰੂਗਾ? ਗੁਰਬਾਣੀ ਤਾਂ ਕਹਿੰਦੀ ਹੈ ਮਨ ਹੱਠ ਕਰੇ ਪ੍ਰਵਾਣੀ ਨਹੀਂ ਹੈ, ਮਨ ਹੱਠ ਕਰੇ ਮਰੇ ਜੇ ਕੋਏ। ਜੇ ਕੋਈ ਮਨ ਦਾ ਹੱਠ ਕਰਕੇ ਮਰ ਜਾਂਦਾ, ਉਹ ਤਾਂ ਲੇਖੇ 'ਚ ਨਹੀਂ ਪੈਂਦਾ। ਹੱਠ ਕਰਨ ਤੋਂ ਗੁਰਬਾਣੀ ਰੋਕਦੀ ਹੈ। ਇਹ ਚੀਜ਼ਾਂ ਤਾਂ ਅਸੀਂ ਉਹਨਾਂ ਨੂੰ ਸਮਝਾਉਣੀਆਂ ਸੀ, ਪਰ ਸਾਡੇ ਤਾਂ ਆਪ ਸਿੱਖ ਮੱਤ ਵਿੱਚ ਇਹੋ ਜਿਹਾ ਕੁਝ ਕਰਨ ਲੱਗ ਗਏ ਕਿ ਅੰਨ ਜਿਹੜਾ ਦਿੱਤਾ ਤੁਹਾਨੂੰ ਪਰਮੇਸ਼ਰ ਨੇ ਤੁਹਾਡੇ ਸਰੀਰ ਨੂੰ ਚੱਲਦਾ ਰੱਖਣ ਵਾਸਤੇ ਰੱਖਿਆ। ਫਿਰ ਉਹ ਕਹਿੰਦਾ ਫਿਰ ਵੀ ਸਰੀਰ ਠੀਕ ਹੈ, ਇਹਦਾ ਮਤਲਬ ਕੋਈ ਨਾ ਕੋਈ ਚੀਜ਼ ਉਹ ਜ਼ਰੂਰ ਖਾਂਦਾ ਹੈ। ਕਿਸੇ ਨਾ ਕਿਸੇ ਚੀਜ਼ ਦੀ ਅੰਦਰ ਭੁੱਖ ਹੈ। ਇਹ ਵੀ ਇੱਕ ਬੜੀ ਵੱਡੀ ਭੁੱਖ ਹੈ ਕਿ ਲੋਕਾਂ 'ਚ ਜਾ ਕੇ ਗੱਲ ਕਹਿਣੀ ਕਿ ਜੀ ਮੈਨੂੰ 12 ਸਾਲ ਹੋ ਗਏ ਮੈਂ ਕੁਛ ਨਹੀਂ ਖਾਧਾ, ਤੇ ਲੋਕ ਵਡਿਆਈ ਕਰਦੇ, ਦਾ ਮਤਲਬ ਮਾਣ ਤਾਂ ਖਾ ਹੀ ਰਿਹਾ ਨਾ। ਮਾਇਆ ਤਜੀ ਤੋਂ ਕਿਆ ਪਿਆ, ਮਾਣ ਤਜਿਆ ਨਾ ਜਾਏ। ਪਾਤਸ਼ਾਹ ਕਹਿੰਦੇ ਮਾਇਆ ਛੱਡਤੀ ਕੋਈ ਵੱਡੀ ਗੱਲ ਨਹੀਂ ਹੈ, ਪਰ ਜਿਹੜਾ ਮਾਣ ਹੈ ਅੰਦਰ, ਹੰਕਾਰ ਹੈ, ਹੰਕਾਰ ਵੀ ਇੱਕੋ ਖੁਰਾਕ ਹੈ। ਤਾਂ ਹੀ ਤਾਂ ਹੰਕਾਰ ਦੀ ਖੁਰਾਕ ਖਾ ਕੇ ਆਤਮਾ ਨਾਮ ਨੂੰ ਬਰਦਾਸ਼ਤ ਨਹੀਂ ਕਰਦੀ। ਨਾਮ ਨਾਲ ਟੱਕਰ ਤਾਂ ਹੀ ਲੈਂਦੀ ਆਤਮਾ, ਨਹੀਂ ਤਾਂ ਲੈ ਹੀ ਨਹੀਂ ਸਕਦੀ। ਭਾਣੇ ਦਾ ਵਿਰੋਧ ਅਸੀਂ ਤਾਂ ਹੀ ਕਰਦੇ ਹਾਂ, ਨਹੀਂ ਅਸੀਂ ਭਾਣੇ ਦਾ ਵਿਰੋਧ ਕਿੱਥੋਂ ਕਰ ਦਾਂਗੇ? ਭਾਣਾ ਵਰਤੀ ਜ਼ਰੂਰ ਜਾ ਰਿਹਾ, ਪਰ ਸਾਡੇ ਅੰਦਰ ਸੋਚ ਤਾਂ ਚੱਲਦੀ ਹੈ ਨਾ ਭਾਣੇ ਤੋਂ ਉਲਟ। ਉਹੀ ਸਾਡਾ ਹੰਕਾਰ ਹੈ। ਸੋ ਸੰਸਾਰੀ ਲੋਕ ਉਹਨਾਂ ਚੀਜ਼ਾਂ ਤੇ ਬੜੇ ਪ੍ਰਭਾਵਿਤ ਹੋ ਜਾਂਦੇ ਆ। ਬੰਦਾ 10 ਦਿਨ ਨਾ ਬੋਲੇ ਤਾਂ ਸਾਡੇ ਤਾਂ ਜੈ ਜੈਕਾਰ ਕਰਨ ਲੱਗ ਜਾਂਦੇ ਆ। ਬੰਦਾ 40 ਦਿਨ ਅੰਦਰ ਰਹਿ ਜਾਵੇ ਤਾਂ ਕਹਿੰਦੇ ਬੜਾ ਵੱਡਾ ਮਹਾਤਮਾ ਹੈ, ਪਰ ਸੱਚਖੰਡ ਨਹੀਂ ਮੰਨਦਾ। ਸੱਚਖੰਡ ਕਹਿੰਦਾ ਉਹ ਪੁਰਖ ਸਹੀ ਹੈ ਜਿਹੜਾ ਸਮਾਜ ਵਿੱਚ ਵਿਚਰਦਾ, ਪਰਿਵਾਰ ਵਿੱਚ ਵਿਚਰਦਾ, ਔਰ ਗੱਲ ਨਿਰਾਕਾਰ ਦੀ ਕਰਦਾ, ਜਿਹੜਾ ਗੱਲ ਸੱਚ ਦੀ ਕਰਦਾ, ਜਿਹੜਾ ਗੱਲ ਭਲੇ ਦੀ ਕਰਦਾ, ਜਿਹੜਾ ਹਰ ਇੱਕ ਵਿਅਕਤੀਆਂ ਦੇ ਵਿੱਚ ਵਿਚਰਦਾ। ਉਹ ਇਹ ਨਹੀਂ ਕਹਿੰਦਾ ਵੀ ਇਹ ਪਾਪੀ ਨੇ ਜੀ, ਇਹ ਪੁੰਨੀ ਨੇ, ਮੈਂ ਇਹਨਾਂ ਨਾਲ ਨਹੀਂ ਬੈਠਣਾ, ਇਹਨਾਂ ਨਾਲ ਨਹੀਂ ਬੈਠਣਾ। ਉਹ ਕਹਿੰਦਾ ਬੈਠਣਾ।
ਤੁਸੀਂ ਬੈਠੋ ਤਾਂ ਕਹਿੰਦਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ। ਵੀ ਤੁਸੀਂ ਮੇਰੇ ਭਰਾ ਹੋ, ਆਪਾਂ ਪਰਿਵਾਰਕ ਮੈਂਬਰ ਹਾਂ ਜੋਤ ਦੇ ਆਧਾਰ ਤੇ। ਸਰੀਰ ਆਪੋ ਆਪਣੇ ਵੱਖਰੇ ਨੇ, ਫਿਰ ਕੀ ਹੋ ਗਿਆ? ਆਪਣਾ ਇੱਕੋ ਹੀ ਪਿਤਾ, ਇੱਕ ਪਿਤਾ, ਆਪਾਂ ਉੱਥੇ ਜਾਣਾ ਵਾਪਸ। ਬੈਠੋ, ਬੈਠ ਕੇ ਆਪਾਂ ਵਿਚਾਰ ਕਰੀਏ। ਗੁਰਮੁਖਾਂ ਦੀ ਫਿਲਾਸਫੀ ਹੋਰ ਹੈ, ਪਰ ਜਿਹੜੀ ਪ੍ਰਚਲਿਤ ਨਹੀਂ ਹੈ। ਪ੍ਰਚਲਿਤ ਫਿਲਾਸਫੀ ਸਿਮਰਤ ਸ਼ਾਸਤਰ ਵਾਲੀ ਹੋਈ ਹੈ। ਸੋ ਪਾਤਸ਼ਾਹ ਕਹਿੰਦੇ ਧਰਤੀ ਦਾ ਬਹੁਤ ਨੇ, ਫਿਰ ਉਹਨਾਂ ਬਲਦ ਬਥੇਰੇ ਨੇ, ਪਰ ਪੰਡਤ ਸੁਣੀ ਗਿਆ ਗੱਲ, ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ। ਝੂਠਾ ਬੰਦਾ ਕਦੇ ਜਵਾਬ ਨਹੀਂ ਦਿੰਦਾ। ਝੂਠੇ ਬੰਦੇ ਕੋਲ ਦੋ ਹਥਿਆਰ ਹੁੰਦੇ, ਜਾਂ ਤਾਂ ਚੁੱਪ ਕਰਕੇ ਸੁਣੀ ਜਾਂਦਾ, ਜਾਂ ਝਗੜੇ ਦੇ ਉੱਤਰੇ ਆਉਂਦਾ। ਪਰ ਜਿਹੜਾ ਗੁਰਮੁਖ ਹੈ, ਨਾ ਉਹ ਝਗੜਾ ਕਰਦਾ, ਨਾ ਉਹ ਚੁੱਪ ਕਰਦਾ। ਗੁਰਮੁਖ ਬੋਲਦਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਪਰ ਕਿਸੇ ਨੂੰ ਗਲਤ ਨਹੀਂ ਬੋਲਦਾ। ਸੋ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ ਵੀ ਜਿਹੜਾ ਧਵਲ ਸ਼ਬਦ ਹੈ ਨਾ, ਧਵਲੇ ਉੱਪਰ ਕੀਤਾ ਭਾਰ। ਧਵਲ ਹੁੰਦਾ ਸੱਚ, ਧਰਮ। ਧਰਮ ਦੀ ਧੁਜ ਹੈ ਸਭ ਤੋਂ ਵੱਡੀ ਹੈ। ਸਾਰੀ ਸ੍ਰਿਸ਼ਟੀ ਸੱਚ ਦੇ ਆਸਰੇ ਖੜੀ ਹੈ, ਕਿਉਂਕਿ ਜਿੰਨੀਆਂ ਵੀ ਇਹ ਧਰਤੀਆਂ ਨੇ, ਸ੍ਰਿਸ਼ਟੀ ਹੈ, ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਅੰਦਰ ਹੈ। ਜਿਹੜਾ ਸੱਚਖੰਡ ਹੈ, ਸਾਰੇ ਸੱਚਖੰਡ ਦੇ ਵਿਚਾਲੇ ਇੱਕ ਚੀਜ਼ ਹੈ। ਜਿਵੇਂ ਇੱਕ ਵੱਡਾ ਸਮੁੰਦਰ ਆਪਣੇ ਕੋਲ, ਸਮੁੰਦਰ ਦੇ ਵਿਚਾਲੇ ਇੱਕ ਟਾਪੂ ਹੋਵੇ, ਜਾਂ ਇੱਕ ਸਮੁੰਦਰੀ ਜਹਾਜ਼ ਲਾ ਲਓ, ਸਮੁੰਦਰੀ ਜਹਾਜ਼ ਉਹਦੇ ਉੱਤੇ ਤੈਰਦਾ। ਇਸੇ ਤਰ੍ਹਾਂ ਧਰਤੀ ਹੈ, ਸੱਚਖੰਡ ਦੇ ਅੰਦਰ ਹੈ, ਇਹ ਬਾਹਰ ਨਹੀਂ ਹੈ। ਇਹਦੇ ਚਾਰੇ ਪਾਸੇ ਦਸੇ ਦਿਸ਼ਾਵਾਂ ਦੇ ਅੰਦਰ ਵਿੱਚ ਇਹ ਧਰਤੀ ਹੈ। ਦਸੇ ਦਿਸ਼ਾਵਾਂ ਦੇ ਵਿੱਚ ਪਰਮੇਸ਼ਰ ਹੈ, ਹੁਕਮ ਚੱਲਦਾ ਚਾਰੇ ਪਾਸੇ। ਹੁਕਮ ਦੀਆਂ ਲਹਿਰਾਂ ਚੱਲਦੀਆਂ ਰਹਿੰਦੀਆਂ ਨੇ, ਸ੍ਰਿਸ਼ਟੀ ਚੱਲਦੀ ਰਹਿੰਦੀ ਹੈ। ਪਰ ਜਿਹੜਾ ਹੁਕਮ ਦੀਆਂ ਲਹਿਰਾਂ ਦੇ ਅਨੁਸਾਰ ਚੱਲੀ ਜਾਂਦਾ, ਉਹ ਸੌਖਾ ਸਫ਼ਰ ਤੈਅ ਕਰ ਜਾਂਦਾ। ਜਿਹੜਾ ਹੁਕਮ ਦੀਆਂ ਲਹਿਰਾਂ ਤੋਂ ਉਲਟ ਚੱਲੇ, ਉਹਨੂੰ ਫਿਰ ਤਕਲੀਫ ਹੁੰਦੀ ਹੈ। ਉਹ ਚੱਲ ਨਹੀਂ ਸਕਦਾ, ਕਿਉਂਕਿ ਹੁਕਮ ਬੜਾ ਸ਼ਕਤੀਸ਼ਾਲੀ ਹੈ। ਉਹ ਫਿਰ ਇਹਨੂੰ ਤਕਲੀਫ ਦਿੰਦਾ, ਬਾਰ-ਬਾਰ ਪਿੱਛੇ ਸੜਦਾ, ਫਿਰ ਹੋਰ ਸਰੀਰ ਮਿਲਦੇ ਰਹਿੰਦੇ। ਸੋ ਸੱਚ ਧਰਮ ਹੈ। ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਸੱਚ ਦੇ ਆਸਰੇ ਖੜੀ ਹੈ, ਕਿਉਂਕਿ ਦੇਸ਼ ਦੀਆਂ ਦਸੇ ਦਿਸ਼ਾਵਾਂ ਤੋਂ ਬਾਹਰ ਤਾਂ ਉਹ ਆਪ ਹੀ ਹੈ। ਉਹ ਸੱਚਾ ਹੈ। ਭਵ ਸਾਗਰ ਸੁਖ ਸਾਗਰ ਮਾਹੀ। ਜਿਵੇਂ ਆਸਾ ਦੀ ਵਾਰ ਵਿੱਚ ਵੀ ਪਾਤਸ਼ਾਹ ਕਹਿੰਦੇ ਭੈ ਵਿੱਚ ਧਰਤੀ ਦੱਬੀ ਭਾਰ। ਹੁਣ ਸਾਰੀ ਧਰਤੀ ਉਹਨੇ ਆਪਣੀ ਭੈ ਦੇ ਵਿੱਚ ਦੱਬ ਕੇ ਰੱਖੀ ਹੋਈ ਹੈ। ਜੇ ਉਹ ਆਪਣੀ ਭੈ ਚੱਕ ਦੇਵੇ, ਇਹ ਧਰਤੀ ਤਾਂ ਇਹ ਫਟ ਜੂਗੀ, ਇਹਦਾ ਕਿਣਕਾ ਕਿਣਕਾ ਬਣ ਕੇ ਧੂੜ ਬਣ ਕੇ ਉੱਡ ਜੂਗੀ। ਹਰ ਇੱਕ ਧਰਤੀ ਦੇ ਉੱਪਰ ਉਹਦਾ ਭਾਰ ਆ, ਉਹਦਾ ਹੁਕਮ ਚੱਲਦਾ, ਹੁਕਮ ਦੇ ਵਿੱਚ ਹੈ ਸਾਰਾ ਕੁਝ। ਭੈ ਉਸ ਦੇ ਹੁਕਮ ਦੀ ਤਾਕਤ ਵਿੱਚ ਧਰਤੀ ਖੜੀ ਹੈ। ਜੇ ਹੁਕਮ ਦੀ ਭੈ ਨਾ ਹੁੰਦੀ ਤਾਂ ਧਰਤੀ ਕਣਕਾ ਕਿਣਕਾ ਕਣ ਕਣ ਹੋ ਕੇ ਉੱਡ ਸਕਦੀ ਸੀ। ਸੋ ਧਵਲ ਹੈ, ਅਸੀਂ ਆਪਣੇ ਮਨ ਨੂੰ ਵੀ ਹੁਕਮ ਦੀ ਭੈ ਵਿੱਚ ਰੱਖਣਾ, ਭਲੇ ਵਾਸਤੇ। ਭੈ ਉੱਪਰ ਕੀਤਾ ਭਾਰ, ਆਪਣੇ ਮਨ ਦੇ ਉੱਪਰ ਇਹ ਭਾਰ ਪਾ ਕੇ ਰੱਖਣਾ ਕਿ ਉਹਦੇ ਹੁਕਮ ਚੋਂ ਬਾਹਰ ਨਹੀਂ ਜਾਣਾ, ਉਹਦੀ ਰਜ਼ਾ ਵਿੱਚ ਰਹਿਣਾ। ਭਾਰ ਕੀ ਹੈ? ਗਿਆਨ। ਗਿਆਨ ਕਵੱਦਾ ਮਨ ਰਹਿ। ਮਨ ਦੇ ਉੱਪਰ ਗਿਆਨ ਦਾ ਭੈ ਦਿੱਤਾ, ਮਨ ਨੂੰ ਰੋਕਿਆ ਗਿਆ, ਉੱਤੇ ਲੱਦ ਕੇ ਰੱਖਣਾ ਹੈ। ਖਰਕਾ ਪੈਂਖਰ ਤੋਂ ਛੁੱਟਾ, ਜੋ ਉੱਪਰ ਲੱਦਾ। ਜਦੋਂ ਖੋਤੇ ਦੇ ਉੱਤੇ ਵਜਨ ਲੱਦਦੀ ਹੈ ਨਾ, ਉਹਦਾ ਪੈਂਖੜ ਖੋਲ ਦੇ, ਖੋਤਾ ਕਿੱਥੇ ਜਾਊਗਾ? ਇਸੇ ਤਰ੍ਹਾਂ ਮਨ ਦੇ ਉੱਪਰ ਹਰ ਵੇਲੇ, ਹੇ ਮੇਰੇ ਮਨਾ, ਤੇਰੇ ਉੱਤੇ ਹਰ ਵੇਲੇ ਭਾਰ ਰਹੇ, ਗੁਰਬਾਣੀ ਦੇ ਸ਼ਬਦ ਵਿਚਾਰ ਚੱਲਦੀ ਰਹੇ। ਜਦੋਂ ਮਾੜਾ ਜਿਹਾ ਮਨ ਪਰੇ ਨੂੰ ਜਾਣ ਦੀ ਕੋਸ਼ਿਸ਼ ਕਰੇ, ਉਸੇ ਵੇਲੇ ਭਾਰ ਕਿ ਨਹੀਂ ਗੁਰਬਾਣੀ ਐਂ ਕਹਿੰਦੀ ਆ, ਆਪਾਂ ਨਹੀਂ ਕਹਿਦਾ ਬੁਰਾ ਕਰ। ਉਹ ਕਰਦੇ ਆ, ਉਹਨਾਂ ਦੀ ਖੁਸ਼ੀ, ਉਹਨਾਂ ਤੋਂ ਪਰਮੇਸ਼ਰ ਕਰਵਾ ਰਿਹਾ। ਉਹ ਝੂਠ ਬੋਲਦੇ ਆ, ਉਹਨਾਂ ਤੋਂ ਪਰਮੇਸ਼ਰ ਬੁਲਵਾ ਰਿਹਾ। ਉਹਨਾਂ ਦੀ ਆਪਣੀ ਅੰਤਰਾਤਮਾ ਦੀ ਆਵਾਜ਼ ਹੈ, ਸਾਡੀ ਆਪਣੀ ਅੰਤਰਾਤਮਾ ਦੀ ਆਵਾਜ਼ ਹੈ। ਅਸੀਂ ਕਿਸੇ ਪਿੱਛੇ ਲੱਗ ਕੇ ਕਿਉਂ ਝੂਠ ਬੋਲੀਏ? ਅਸੀਂ ਆਪਣਾ ਜੀਵਨ ਸਵੱਛ ਕਰਨਾ। ਹਾਂ, ਸਾਡੇ ਕੋਲ ਕੋਈ ਦੂਸਰਾ ਆ ਕੇ ਵਿਚਾਰ ਕਰਦਾ ਸਾਡੇ ਨਾਲ ਬੈਠ ਕੇ, ਅਸੀਂ ਉਹਦੇ ਨਾਲ ਵੀ ਇਹੀ ਗੱਲ ਕਰਨੀ ਹੈ ਵੀ ਆਪਾਂ ਇਹ ਕੰਮ ਦੇ ਪਾਉਂਦੀ ਨਹੀਂ ਹੈ। ਜੇ ਤੂੰ ਗੁਰਬਾਣੀ ਵੀ ਪੜ੍ਹੇਗਾ ਤੇ ਫਿਰ ਝੂਠ ਵੀ ਬੋਲੇਗਾ, ਫਿਰ ਸੱਚੇ ਦੀ ਦਰਗਾਹ ਦੇ ਵਿੱਚ ਮੁਸ਼ਕਲ ਬਹੁਤ ਹੋ ਜੂਗੀ। ਸੋ ਹੇ ਮੇਰੇ ਮਨਾ, ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਚੱਲ ਕਿ ਜੇ ਕੋ ਬੁਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਇਹ ਜਿਹੜਾ ਧਵਲੇ ਉੱਪਰ ਹੈ, ਧਰਤੀ ਦੇ ਉੱਪਰ ਭਾਰ ਹੈ, ਉਹਦਾ ਹੁਕਮ ਹੈ। ਉਹਦੇ ਹੁਕਮ 'ਚ ਸਾਰੀ ਸ੍ਰਿਸ਼ਟੀ ਚੱਲਦੀ ਹੈ। ਉਸੇ ਸ੍ਰਿਸ਼ਟੀ ਦੇ ਅੰਦਰ ਇੱਕ ਤੂੰ ਵੀ ਹੈ, ਤੂੰ ਵੀ ਉਸੇ ਹੁਕਮ ਅਨੁਸਾਰ ਚੱਲ। ਤੇਰੇ ਕੋਲ ਵਾਰੀ ਹੈ, ਲਾਸਟ
ਜੇ ਤੂੰ ਹੁਕਮ ਦੇ ਵਿੱਚ ਚੱਲੀ ਚੱਲੇਗਾ ਤਾਂ ਭਾਣੇ ਦੇ ਵਿੱਚ ਚੱਲੀ ਚੱਲੇਗਾ ਤਾਂ ਇਸ ਭਵ ਸਾਗਰ ਚੋਂ ਬਾਹਰ ਚਲੇ ਜਾਵੇਂਗਾ। ਉਹਨਾਂ ਹੁਕਮ ਵਾਲਿਆਂ ਵਿੱਚ ਸ਼ਾਮਲ ਹੋ ਜਾਏਗਾ, ਫਿਰ ਤੇਰਾ ਵੀ ਹੁਕਮ ਨਾਲ ਹੀ ਚੱਲੂਗਾ। ਪਰ ਜੇ ਤੂੰ ਹੁਕਮ ਤੋਂ ਬਾਹਰ ਸੋਚੀ ਗਿਆ, ਬਾਹਰ ਇੱਛਾ ਰੱਖਿਆ, ਫਿਰ ਇਹ ਭਵ ਸਾਗਰ 'ਚ ਦੁਬਾਰਾ ਆ ਜਾਏਗਾ। ਇਹ ਹੁਣ ਤੇਰੀ ਆਪਣੀ ਮਰਜ਼ੀ ਹੈ ਕਿ ਤੂੰ ਕਿੱਧਰ ਨੂੰ ਚੱਲਣਾ ਹੈ। ਸੋ ਬੇਨਤੀ ਤਾਂ ਇਹੀ ਕਰਨੀ ਚਾਹੀਦੀ ਹੈ ਆਪਣੀ ਅੰਤਰਾਤਮਾ ਦੇ ਅੱਗੇ ਕਿ ਸੋਝੀ ਬਖਸ਼, ਤੇਰੀ ਰਜ਼ਾ ਵਿੱਚ ਰਹੀਏ, ਤੇਰੇ ਭਾਣੇ ਵਿੱਚ ਰਹੀਏ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।